ਕਨੈਕਟ FM ਦੇ ਈਵਨਿੰਗ ਨਿਊਜ਼ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਅੱਜ ਦੀਆਂ ਮੁੱਖ ਖਬਰਾਂ। ਓਨਟਾਰੀਓ 'ਚ ਕੋਵਿਡ-19 ਦੇ ਵੱਧਦੇ ਮਾਮਲਿਆਂ ਵਿਚਾਲੇ ਵਧੇਰੇ ਸਖਤ ਪਾਬੰਦੀਆਂ ਦਾ ਕੀਤਾ ਐਲਾਨ। BC 'ਚ ਕੋਵਿਡ-19 ਮਾਮਲੇ ਫਿਰ ਤੋਂ 1000 ਦੇ ਪਾਰ, 6 ਮੌਤਾਂ ਵੀ ਹੋਈਆਂ ਰਿਪੋਰਟ। ਪ੍ਰੀਮੀਅਰ ਹੌਰਗਨ ਨੇ ਕੋਵਿਡ-19 ਦੀ ਵੈਕਸੀਨ ਕੀਤੀ ਹਾਸਲ। ਐਸਟਰਾਜ਼ੈਨੇਕਾ ਦੀ ਡੋਜ਼ ਤੋਂ ਬਾਅਦ ਕੀਤਾ ਟਵੀਟ। ਇੰਡੀਆਨਾਪੋਲਿਸ ਦੇ ਫੈਡੈਕਸ ਵਿੱਚ ਗੋਲੀ ਚਲਾਉਣ ਵਾਲੇ ਹਮਲਾਵਰ ਦੀ 19 ਸਾਲਾ ਯੁਵਕ ਵਜੋਂ ਹੋਈ ਪਛਾਣ। ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਤੇ ਲਗਾਏ ਨਿਸ਼ਾਨੇ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਓਨਟਾਰੀਓ 'ਚ ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਫੈਲਾਅ ਤੇ ਕਾਬੂ ਪਾਉਣ ਲਈ ਵਧੇਰੇ ਸਖਤ ਨਿਰਦੇਸ਼ਾਂ ਦਾ ਐਲਾਨ ਕੀਤਾ ਗਿਆ ਹੈ। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਸਟੇਟ ਆਫ ਐਮਰਜੈਂਸੀ ਨੂੰ 2 ਹੋਰ ਹਫ਼ਤੇ ਲਈ ਵਧਾਇਆ ਜਾ ਰਿਹਾ ਹੈ ਅਤੇ ਇਸ ਦੌਰਾਨ ਆਊਟਡੋਰ ਇਕੱਠਾਂ ਨੂੰ ਪਰਿਵਾਰਕ ਮੈਂਬਰਾਂ ਤੱਕ ਸੀਮਤ ਕੀਤਾ ਜਾਵੇਗਾ। ਹਾਲਾਂਕਿ ਕਿਸੇ ਇਕੱਲੇ ਰਹਿਣ ਵਾਲੇ ਵਿਅਕਤੀ ਨੂੰ ਕਿਸੇ ਅਜਿਹੇ ਇੱਕ ਪਰਿਵਾਰ ਤੱਕ ਪਹੁੰਚ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਸੂਬੇ ਵੱਲੋਂ ਇੰਟਰ ਪ੍ਰੋਵਿੰਸ਼ੀਅਲ ਯਾਤਰਾ ਤੇ ਰੋਕ ਲਗਾਉਣ ਲਈ ਵੀ ਖਾਸ ਚੈੱਕ ਪੁਆਇੰਟ ਸਥਾਪਿਤ ਕੀਤੇ ਜਾ ਰਹੇ ਹਨ। ਇਸ ਦੇ ਨਾਲ ਸੂਬੇ ਨਾਲ ਸੰਬੰਧਿਤ ਕਿਊਬੈਕ ਅਤੇ ਮੈਨੀਟੋਬਾ ਦੀ ਕੋਈ ਵੀ ਗੈਰ ਜ਼ਰੂਰੀ ਯਾਤਰਾ ਪ੍ਰਭਾਵਿਤ ਹੋਵੇਗੀ। ਬਿਗ ਬਾਕਸ ਸਟੋਰਸ ਦੇ ਵਿੱਚ ਕੈਪੈਸਿਟੀ ਨੂੰ ਵੀ 50% ਤੋਂ ਘਟਾ ਕੇ 25% ਤੇ ਲਿਆਂਦਾ ਜਾ ਰਿਹਾ ਹੈ। ਸੂਬੇ 'ਚ ਸਾਰੇ ਗੈਰ ਜ਼ਰੂਰੀ ਕੰਸਟਰਕਸ਼ਨ ਨੂੰ ਰੋਕਿਆ ਜਾ ਰਿਹਾ ਹੈ। ਸੂਬੇ ਵਿੱਚ ਆਊਟਡੋਰ ਰੈਕਰੀਏਸ਼ਨ ਫੈਸਿਲਿਟੀਜ਼ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹੈ। ਸੋਮਵਾਰ ਤੋਂ ਸੂਬੇ ਦੇ ਧਾਰਮਿਕ ਥਾਵਾਂ ਤੇ ਵੀ ਇੱਕੋ ਸਮੇਂ ਤੇ 10 ਤੋਂ ਵਧੇਰੇ ਲੋਕਾਂ ਦੀ ਹਾਜ਼ਰੀ ਦੀ ਇਜਾਜ਼ਤ ਨਹੀਂ ਹੋਵੇਗੀ। So effective immediately, we're extending the emergency declaration and prolonging the stay-at-home order province-wide for an additional 2 weeks, for a total of 6 weeks. Outdoor gatherings will now be strictly limited to members of your own household only. We'll be closing all non-essential construction. We're restricting all outdoor recreational amenities, such as golf courses, basketball courts, soccer fields, and playgrounds. We're reducing capacity in big box retail even further to 25%. ਅੱਜ BC 'ਚ ਕੋਵਿਡ-19 ਦੇ 1005 ਮਾਮਲੇ ਰਿਪੋਰਟ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਦੁੱਖ ਦੀ ਗੱਲ ਸੀ ਕਿ 6 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਵੀ ਦੱਸਿਆ ਗਿਆ। ਹੁਣ BC 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 1,17,080 ਤੱਕ ਪਹੁੰਚ ਗਈ ਹੈ। BC ਦੀ ਪ੍ਰੋਵਿੰਸ਼ੀਅਲ ਸਿਹਤ ਅਫਸਰ ਡਾਕਟਰ ਬੋਨੀ ਹੈਨਰੀ ਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1530 ਹੋ ਚੁੱਕੀ ਹੈ। BC 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 10,081 ਤੱਕ ਪਹੁੰਚ ਗਏ ਹੈ। ਕੁੱਲ 425 ਲੋਕ ਹਸਪਤਾਲ 'ਚ ਦਾਖਲ ਹੈ ਤੇ ਇਸ 'ਚ 127 ਨੂੰ ICU 'ਚ ਰੱਖਿਆ ਗਿਆ ਹੈ। BC 'ਚ ਕੋਵਿਡ-19 ਦੇ ਨਵੇਂ ਵੇਰੀਐਂਟਸ ਦੇ ਕੁੱਲ ਮਾਮਲਿਆਂ ਦੀ ਗਿਣਤੀ 5,739 ਹੋ ਚੁੱਕੀ ਹੈ। ਇਸ 'ਚ 212 ਮਾਮਲੇ ਐਕਟਿਵ ਦੱਸੇ ਗਏ ਹੈ। BC 'ਚ ਹੁਣ ਤੱਕ ਕੋਵਿਡ-19 ਵੈਕਸੀਨ ਦੀਆਂ 12,82,091 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ। ਸ਼ੁੱਕਰਵਾਰ ਤੱਕ ਦੇ ਅੰਕੜਿਆਂ ਅਨੁਸਾਰ BC ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਕਹਿਣਾ ਹੈ ਕਿ ਹੁਣ ਤੱਕ ਸੂਬੇ 'ਚ ਕੁੱਲ 16,96,370 ਵੈਕਸੀਨ ਖੁਰਾਕਾਂ ਦੀ ਵੰਡ ਹੋ ਚੁੱਕੀ ਹੈ। ਅੱਜ BC ਦੇ ਪ੍ਰੀਮੀਅਰ ਜੌਨ ਹੌਰਗਨ ਨੇ ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ ਹਾਸਲ ਕਰ ਲਈ ਹੈ। ਹੌਰਗਨ ਨੂੰ ਆਕਸਫੋਰਡ ਐਸਟਰਾਜ਼ੈਨੇਕਾ ਵੈਕਸੀਨ ਦੀ ਖੁਰਾਕ ਪ੍ਰਦਾਨ ਕੀਤੀ ਗਈ ਹੈ। ਹੌਰਗਨ ਨੇ ਇੱਕ ਟਵੀਟ ਕਰ ਦੱਸਿਆ ਕਿ ਉਹਨਾਂ ਵੈਕਸੀਨ ਹਾਸਲ ਕਰ ਲਈ ਹੈ ਤੇ ਇਸ ਦੇ ਲਈ ਪੂਰੀ ਪ੍ਰਕਿਰਿਆ ਬੇहद ਸੁਰੱਖਿਅਤ ਅਤੇ ਆਸਾਨ ਸੀ। ਹੌਰਗਨ ਨੇ ਇਹ ਖੁਰਾਕ ਇੱਕ ਫਾਰਮੇਸੀ ਤੋਂ ਅਪਾਇੰਟਮੈਂਟ ਲੈਣ ਤੋਂ ਬਾਅਦ ਹਾਸਲ ਕੀਤੀ। ਯਾਦ ਰਹੇ ਇਸੇ ਹਫ਼ਤੇ ਹੌਰਗਨ ਨੇ ਕਿਹਾ ਸੀ ਕਿ ਉਹਨਾਂ ਸੂਬੇ ਦੇ ਵਿੱਚ ਲੋਕਾਂ 'ਚ ਐਸਟਰਾਜ਼ੈਨੇਕਾ ਵੈਕਸੀਨ ਪ੍ਰਤੀ ਕੋਈ ਝਿਜਕ ਮਹਿਸੂਸ ਨਹੀਂ ਕੀਤੀ ਹੈ। ਸਰੀ RCMP ਦਾ ਕਹਿਣਾ ਹੈ ਕਿ ਜਿਹੜੇ ਲੋਕ ਇਲਾਕੇ ਵਿੱਚ ਵਿਸਾਖੀ ਮਨਾ ਰਹੇ ਹੈ ਜਾਂ ਕਿਸਾਨ ਅੰਦੋਲਨ ਦੇ ਹੱਕ ਦੇ ਵਿੱਚ ਇਕੱਠ ਕਰ ਰਹੇ ਹੈ, ਉਹਨਾਂ ਲਈ ਜ਼ਰੂਰੀ ਹੈ ਕਿ ਲੋਕ ਸਿਹਤ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ। ਯਾਦ ਰਹੇ ਇਲਾਕੇ ਵਿੱਚ ਵਿਸਾਖੀ ਸੰਬੰਧੀ ਇਕੱਠਾਂ ਅਤੇ ਜਸ਼ਨਾਂ ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਆਸਾਰ ਹਨ ਕਿ ਕੁਝ ਛੋਟੇ ਸਮੂਹਾਂ ਦੇ ਵਿੱਚ ਲੋਕਾਂ ਵੱਲੋਂ ਇਕੱਤਰਤਾ ਵੇਖਣ ਨੂੰ ਮਿਲ ਸਕਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਸਾਨ ਅੰਦੋਲਨ ਦੇ ਹੱਕ ਵਿੱਚ ਹੋ ਰਹੇ ਇਕੱਠਾਂ ਅਤੇ ਇੱਕ ਸਿੱਖ ਮੋਟਰਸਾਈਕਲ ਇਵੈਂਟ ਦੀ ਵੀ ਜਾਣਕਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਇਕੱਠਾਂ ਵਿੱਚ ਕੋਵਿਡ-19 ਸੰਬੰਧੀ ਨਿਰਦੇਸ਼ਾਂ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗਾ। ਇਸ ਦੌਰਾਨ ਲੋਕਾਂ ਵਿਚਾਲੇ 2 ਮੀਟਰ ਦੀ ਦੂਰੀ ਬਣਾ ਕੇ ਰੱਖਣਾ ਜ਼ਰੂਰੀ ਹੋਵੇਗਾ। ਆਊਟਡੋਰ ਇਕੱਠਾਂ ਨੂੰ 10 ਲੋਕਾਂ ਤੱਕ ਸੀਮਤ ਰੱਖਣਾ ਵੀ ਜ਼ਰੂਰੀ ਹੈ। ਜੇਕਰ ਕੋਈ ਵਿਅਕਤੀ ਅਜਿਹੇ ਕਿਸੇ ਇਕੱਠ ਤੋਂ ਬਾਹਰ ਵੀ ਜਾਂਦਾ ਹੈ ਤਾਂ ਕਿਸੇ ਹੋਰ ਨੂੰ ਉਸ ਦੀ ਥਾਂ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ। ਹੈਂਡ ਸੈਨੀਟਾਈਜ਼ਰ ਦਾ ਪ੍ਰਬੰਧ ਜ਼ਰੂਰੀ ਹੋਵੇਗਾ। ਕੋਈ ਇਕੱਠ ਕਿਸੇ ਇੰਡੋਰ ਜਗ੍ਹਾ ਤੇ ਨਹੀਂ ਕੀਤਾ ਜਾ ਸਕੇਗਾ। ਸਰੀ RCMP ਦੀ ਕੋਵਿਡ-19 ਕੰਪਲਾਇੰਸ ਅਤੇ ਇਨਫੋਰਸਮੈਂਟ ਟੀਮ ਵੱਲੋਂ ਅਜਿਹੀਆਂ ਥਾਵਾਂ ਤੇ ਖਾਸ ਧਿਆਨ ਵੀ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਫਾਈਜ਼ਰ ਦੇ ਨਾਲ
ਇੱਕ ਕਰਾਰ ਕੀਤਾ ਗਿਆ ਹੈ। ਇਸ ਦੇ ਆਸਰੇ ਫਾਈਜ਼ਰ ਬਾਇਓਐਨਟੈਕ ਵੈਕਸੀਨ ਦੀਆਂ 8 ਮਿਲੀਅਨ ਹੋਰ ਖੁਰਾਕਾਂ ਹਾਸਲ ਕੀਤੀਆਂ ਜਾ ਸਕਣਗੀਆਂ। ਇਹ ਜਾਣਕਾਰੀ ਉਸ ਵੇਲੇ ਦਿੱਤੀ ਜਾ ਰਹੀ ਹੈ ਜਦ ਅੱਜ ਸਵੇਰੇ ਜਾਣਕਾਰੀ ਦਿੱਤੀ ਗਈ ਸੀ ਕਿ ਅਪ੍ਰੈਲ ਦੇ ਮਹੀਨੇ ਦੌਰਾਨ ਮੋਡਰਨਾ ਵੈਕਸੀਨ ਦੀਆਂ ਖੁਰਾਕਾਂ ਦੀ ਡਿਲੀਵਰੀ ਉਮੀਦ ਨਾਲੋਂ ਅੱਧੀ ਰਹਿ ਜਾਏਗੀ। ਟਰੂਡੋ ਨੇ ਕਿਹਾ ਕਿ ਅਗਲੇ ਮਹੀਨੇ ਦੌਰਾਨ ਫਾਈਜ਼ਰ ਵੈਕਸੀਨ ਦੀਆਂ ਖੁਰਾਕਾਂ ਉਮੀਦ ਨਾਲੋਂ ਦੁੱਗਣੀਆਂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਦਾ ਅਰਥ ਹੈ ਕਿ ਕੈਨੇਡੀਅਨਜ਼ ਨੂੰ ਵਧੇਰੇ ਤੇਜ਼ੀ ਨਾਲ ਵੈਕਸੀਨੇਟ ਕੀਤਾ ਜਾ ਸਕੇਗਾ। ਟਰੂਡੋ ਨੇ ਦੱਸਿਆ ਕਿ ਫਾਈਜ਼ਰ ਵੱਲੋਂ ਮਈ ਦੇ ਮਹੀਨੇ ਵਿੱਚ 4 ਮਿਲੀਅਨ ਵਧੇਰੇ ਖੁਰਾਕਾਂ ਡਿਲੀਵਰ ਕੀਤੀਆਂ ਜਾਣਗੀਆਂ, ਜਦਕਿ ਜੂਨ ਅਤੇ ਜੁਲਾਈ ਦੇ ਵਿੱਚ 2-2 ਮਿਲੀਅਨ ਵਧੇਰੇ ਖੁਰਾਕਾਂ ਦੀ ਡਿਲੀਵਰੀ ਹੋਵੇਗੀ। I want to thank everyone at Pfizer for their cooperation and hard work, not just to keep deliveries on schedule, but to move more doses up and reach new agreements. With the new deal, Canada will receive 4 million additional Pfizer doses in May, another 2 million in June, and 2 million more in July. ਅਮਰੀਕਾ 'ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੰਡੀਆਨਾਪੋਲਿਸ ਵਿੱਚ ਗੋਲੀਬਾਰੀ ਕਰਨ ਵਾਲੇ ਸ਼ੱਕੀ ਦੀ ਪਛਾਣ ਹੋ ਗਈ ਹੈ। ਹਮਲਾਵਰ ਦੀ ਪਛਾਣ 19 ਸਾਲਾ ਬ੍ਰੈਂਡਨ ਸਕਾਟ ਹੋਲ ਵਜੋਂ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਇੰਡੀਆਨਾਪੋਲਿਸ ਦੇ ਇੱਕ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ ਜੋ ਕਿ ਹਮਲਾਵਰ ਨਾਲ ਸੰਬੰਧਿਤ ਦੱਸਿਆ ਗਿਆ ਹੈ। ਘਰ ਤੋਂ ਕੁਝ ਸਬੂਤ ਅਤੇ ਇੱਕ ਕੰਪਿਊਟਰ ਅਤੇ ਹੋਰ ਇਲੈਕਟ੍ਰੋਨਿਕ ਮੀਡੀਆ ਵੀ ਹਾਸਲ ਕੀਤਾ ਗਿਆ ਹੈ। ਅਮਰੀਕਾ 'ਚ ਪੁਲਿਸ ਦਾ ਕਹਿਣਾ ਹੈ ਕਿ ਫੈਡੈਕਸ ਫੈਸਿਲਿਟੀ ਵਿੱਚ ਦਾਖਲ ਹੋ ਕੇ ਗੋਲੀਬਾਰੀ ਕਰਨ ਵਾਲੇ ਵਿਅਕਤੀ ਨੇ ਅਫਸਰਾਂ ਦੇ ਉਸ ਤੱਕ ਪਹੁੰਚਣ ਤੋਂ ਪਹਿਲਾਂ ਖੁਦ ਨੂੰ ਗੋਲੀ ਮਾਰ ਕੇ ਜਾਨ ਦੇ ਦਿੱਤੀ। ਇਹ ਫੈਸਿਲਿਟੀ ਇੰਡੀਆਨਾਪੋਲਿਸ ਦੇ ਹਵਾਈ ਅੱਡੇ ਦੇ ਕਰੀਬ ਸਥਿਤ ਹੈ। ਬੀਤੀ ਰਾਤ ਦੀ ਗੋਲੀਬਾਰੀ ਦੀ ਘਟਨਾ 'ਚ 8 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖਮੀ ਹੋ ਗਏ ਹਨ। ਡਿਪਟੀ ਚੀਫ ਕ੍ਰੈਗ ਮੈਕਾਰਟ ਨੇ ਦੱਸਿਆ ਕਿ ਹਮਲਾਵਰ ਵੱਲੋਂ ਪਾਰਕਿੰਗ ਲਾਟ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ ਅਤੇ ਫਿਰ ਇਮਾਰਤ ਵਿੱਚ ਦਾਖਲ ਹੋ ਗਿਆ ਸੀ। ਜਾਣਕਾਰੀ ਉਜਾਗਰ ਹੋ ਰਹੀ ਹੈ ਕਿ ਇਸ ਘਟਨਾ 'ਚ ਜਾਨ ਗਵਾਉਣ ਵਾਲੇ ਕਈ ਲੋਕ ਭਾਰਤੀ ਮੂਲ ਦੇ ਸਨ। ਪੰਜਾਬ 'ਚ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ਤੇ ਹਮਲੇ ਕਰਦੇ ਵਿਖਾਈ ਦਿੱਤੇ। ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਿੱਧੂ ਨੇ ਕੈਪਟਨ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਸਰਕਾਰ ਡਰੱਗਸ ਅਤੇ ਬੇਅਦਬੀ ਮਾਮਲਿਆਂ ਵਿੱਚ ਕੋਈ ਇਨਸਾਫ ਦੇਣ ਵਿੱਚ ਨਾਕਾਮ ਰਹੀ ਹੈ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ 2017 ਵਿੱਚ 2 ਵੱਡੇ ਮੁੱਦਿਆਂ ਕਰਕੇ ਪੰਜਾਬ 'ਚ ਸਰਕਾਰ ਬਦਲੀ ਸੀ। ਸਰਕਾਰ ਬਦਲਣ ਦੇ 4 ਸਾਲ ਬਾਅਦ ਵੀ ਇਹ ਦੋਵੇਂ ਮੁੱਦੇ ਇਸੇ ਤਰ੍ਹਾਂ ਖੜੇ ਹਨ। ਦੋਵਾਂ 'ਚ ਕੁਝ ਨਹੀਂ ਬਦਲਿਆ, ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਸਿੱਧੂ ਨੇ ਇੱਕ ਟਵੀਟ ਵੀ ਕੀਤਾ ਅਤੇ ਲਿਖਿਆ, गलत को गलत कहने की क्षमता नहीं है तो आपकी प्रतिभा व्यर्थ है।